ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਵਿਟੋਂ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ। ਏਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੈ ਲੱਗੇ ਡੁੱਬੇ ਸੇਵਨ ਜਾਰਿਆ। ਸਤਿਗੁਰੂ ਹੈ ਬੋਇਥਾ ਵਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਸਤਿਗੁਰੂ ਹੈ ਬੋਇਥਾ ਵਿਰਲੇ ਕਿਨੈ ਵਿਚਾਰਿਆ। ਕਰ ਕਿਰਪਾ ਪਾਰ ਉਤਾਰਿਆ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਿਲਾ ਪਹਿਲਾ ਘਰ ਪੰਜਵਾਂ। ਅਛਲ ਛਲਾਈ ਨਹਿ ਛਲੈ ਨਹ ਘਾਉ ਕਟਾਰਾ ਕਰ ਸਕੈ। ਜਿਉ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਲ ਪਲੈ। ਬਿਨ ਤੇਲ ਦੀਵਾ ਕਿਉ ਜਲੈ ਰਹਾਉ ਪੋਥੀ ਪੁਰਾਨ ਕਮਾਈਐ। ਭਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ। ਇਹ ਤੇਲ ਦੀਵਾ ਇਉ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ। ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵਕ ਮਾਣੀਆਂ। ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵਕ ਮਾਈਐ। ਤਾਂ ਦਰਗਾਹ ਬੈਸਣ ਪਾਈਐ ਕਹੋ ਨਾਨਕ ਬਾਹ ਲੁੜਾਈਐ। ਵਿੱਚ ਦੁਨੀਆ ਸੇਵਕ ਮਾਈਐ ਤਾਂ ਦਰਗਾਹ ਬੈਸਣ ਪਾਈਐ ਕਹੋ ਨਾਨਕ ਬਾਹ ਲੁੜਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਹੋ ਜੋਗਾ ਟਲ ਰਹਿਮਤਾਂ ਦੇ ਸਾਗਰ ਸਦੀਵੀ ਕਾਲ ਵਾਸਤੇ ਰਹਿਣ ਵਾਲੇ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਗੁਰੂ ਕੇ ਵਿਸ਼ੇਸ਼ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ। ਗੁਰੂ ਸਵਾਰਿਆਂ ਦੇ ਪਾਸੋਂ ਆਪ ਰੱਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਉਸ ਤੋਂ ਉਪਰੰਤ ਇਸ ਪਾਵਨ ਪਵਿੱਤਰ ਗੁਰੂ ਅਸਥਾਨ 'ਤੇ
ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਲੜੀਵਾਰ ਵਿਚਾਰ ਔਰ ਵਿਚਾਰ ਅਧੀਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼੍ਰੀ ਰਾਗ ਦੇ ਪਵਿੱਤਰ ਪਾਵਨ ਅੰਮ੍ਰਿਤ ਬੋਲ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਕ 25 ਔਰ 26 ਤੇ ਸੁਭਾਏਮਾਨ ਹਨ। ਗੁਰਸਵਾਰੀ ਸਾਧ ਸੰਗਤ ਹੁਣੇ ਜੋ ਅੰਮ੍ਰਿਤ ਬਚਨ ਪਾਠ ਰੂਪ ਦੇ ਰਾਹੀਂ ਸ਼ਰਵਣ ਕੀਤੇ ਹਨ, ਆਓ ਰਲ ਮਿਲ ਕੇ ਨਾ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਵਿਚਾਰ ਕਰ ਸਕੀਏ। ਤੋ ਜਿਤਨੇ ਮਾਈ ਭਾਈ ਆਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਬਾਰ ਅੰਦਰ ਹਾਜ਼ਰ ਹੋਏ ਹੋ, ਆਓ ਗੁਰੂ ਕੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇਕਾਗਰਤਾ ਬਣਾਉਂਦੇ ਹੋਏ ਰਸਨਾ ਦੀ ਪਵਿੱਤਰਤਾ ਦੇ ਲਈ ਆਪਣੀਆਂ ਹਾਜ਼ਰੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਲਵਾਉਣ ਲਈ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਨ ਤੇਲ ਦੀਵਾ ਕਿਉਂ ਜਲੈ। ਸਤਿਗੁਰੂ ਜੀ ਵਿਚਾਰ ਅਧੀਨ ਪਾਵਨ ਪਵਿੱਤਰ ਇਸ ਪਾਵਨ ਪਵਿੱਤਰ ਵਿਚਾਰ ਅਧੀਨ ਸ਼ਬਦ ਦੇ ਪਹਿਲੇ ਰਹਾਉ ਦੇ ਅੰਦਰ, ਕਿਉਂਕਿ ਗਰੀਬ ਨਵਾਜ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਰਹਾਉ 2 ਪਦਿਆਂ ਦੇ ਅੰਦਰ ਇਹ ਵਰਤਿਆ ਹੈ। ਇੱਕ ਰਹਾਉ ਵਾਲੇ ਪਦੇ ਵਿੱਚ ਕਿ ਬਿਨ ਤੇਲ ਦੀਵਾ ਕਿਉਂ ਜਲੈ। ਤੇਲ ਤੋਂ ਬਿਨਾ ਦੀਵਾ ਕਿਵੇਂ ਬਲ ਸਕਦਾ ਹੈ। ਹਜ਼ੂਰ ਦੂਸਰੇ ਰਹਾਉ ਵਾਲੇ ਪਦੇ ਵਿੱਚ ਸਾਨੂੰ ਦੱਸਣਗੇ ਵੀ ਇਹ ਦੀਵਾ ਇਸ ਪ੍ਰਕਾਰ ਬਲਦਾ ਹੈ। ਤੋ ਸਮਝਣਾ ਪਏਗਾ ਵੀ ਤੇਲ ਕੀ ਹੈ, ਦੀਵਾ ਕੀ ਹੈ। ਅਕਸਰ ਬੇਨਤੀ ਕਰੀਦੀ ਹੈ ਵੀ ਬਾਣੀਕਾਰਾਂ ਦੀ ਜਿਹੜੀ ਉਡਾਰੀ ਹੈ ਉਹ ਅਰਸ਼ੀ ਹੈ। ਤਰਸ ਕਰਦੇ ਨੇ ਉਹ ਸਾਡੇ ਤੁਹਾਡੇ ਵਰਗੇ ਜੀਵਾਂ ਤੇ, ਕਿਉਂਕਿ ਅਸੀਂ ਫਰਸ਼ ਤੇ ਰਹਿੰਦੇ ਹਾਂ। ਸਾਡੇ ਤੇ ਬਾਣੀਕਾਰਾਂ ਦਾ ਜਿਹੜਾ ਜੀਵਨ ਹੈ, ਉਹਨਾਂ ਦੀ ਸੋਚਣ ਸ਼ਕਤੀ, ਉਹਨਾਂ ਦੇ ਜੀਵਨ ਦੇ ਵਿਚਰਨ ਦਾ ਢੰਗ, ਉਹਦੇ ਵਿੱਚ ਇੰਨਾ ਫਰਕ ਹੈ ਵੀ ਜਿਵੇਂ ਅਸਮਾਨ ਤੇ ਜ਼ਮੀਨ ਜਿੰਨਾ। ਉਹਨਾਂ ਦਾ ਆਪਣਾ ਜੀਵਨ ਹੈ, ਸਾਡਾ ਜਗਤ ਵਿੱਚ ਦੁਨੀਆ ਵਿੱਚ ਵਿਚਰਨ ਦਾ ਆਪਣਾ ਤੌਰ ਤਰੀਕਾ ਤੇ ਢੰਗ ਹੈ। ਪਰ ਉਹ ਤਰਸ ਕਰਦੇ ਨੇ ਵੀ ਸਾਨੂੰ ਜਿਹੜੇ ਅਸੀਂ ਫਰਸ਼ ਤੇ ਹਾਂ, ਸਾਨੂੰ ਉਹ ਹਿੰਮਤ ਹੌਸਲਾ ਬਖਸ਼ਿਸ਼ ਕਰਦੇ ਨੇ ਵੀ ਭਾਈ ਤੁਸੀਂ ਇਸ ਫਰਸ਼ ਤੋਂ ਉੱਠੋ, ਤੁਸੀਂ ਵੀ ਅਰਸ਼ ਤੱਕ ਉਡਾਰੀ ਮਾਰ ਸਕਦੇ ਹੋ, ਪ੍ਰਮਾਤਮਾ ਦੇ ਦਰ ਘਰ ਤੱਕ। ਤਰਸ ਕਰਦੇ ਆ ਉਹ ਸਾਨੂੰ ਤੁਹਾਨੂੰ ਫਿਰ ਜਿਹੜੀਆਂ ਉਦਾਹਰਨਾਂ ਬਖਸ਼ਿਸ਼ ਕਰਦੇ ਨੇ, ਉਹ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਜੋ ਘਟਨਾਵਾਂ ਸਾਡੇ ਉੱਠਦਿਆਂ ਬੈਠਦਿਆਂ ਘਟਦੀਆਂ ਨੇ, ਰੋਜ਼ਮਰਾ ਜ਼ਿੰਦਗੀ ਦੀਆਂ ਉਹ ਘਟਨਾਵਾਂ ਸਾਡੇ ਤੁਹਾਡੇ ਸਾਹਮਣੇ ਰੱਖ ਕੇ ਉਪਦੇਸ਼ ਉਹਦੇ ਵਿੱਚੋਂ ਵੀ ਸਾਨੂੰ ਪ੍ਰਮਾਤਮਾ ਨਾਲ ਜੁੜਨ ਦਾ ਹੀ ਉਹ ਬਖਸ਼ਦੇ ਨੇ। ਹੁਣ ਸਾਨੂੰ ਤੁਹਾਨੂੰ ਕਰੀਬਨ ਸਾਰਿਆਂ ਨੂੰ ਪਤਾ ਹੈ, ਚਲੋ ਜ਼ਮਾਨੇ ਨੇ ਤਰੱਕੀ ਕੀਤੀ ਹੈ, ਹੁਣ ਉਹ ਦੀਵਿਆਂ ਵਾਲੀ ਬਾਤ ਨਹੀਂ ਰਹੀ। ਪਰ ਅੱਜ ਵੀ ਪਛੜੇ ਹੋਏ ਪਿੰਡਾਂ ਨਗਰਾਂ ਵਿੱਚ ਜਿੱਥੇ ਅਜੇ ਏਡੇ ਇਹ ਜੰਤਰ ਬਿਜਲੀ ਦੇ ਉਪਕਰਨ ਨਹੀਂ ਪਹੁੰਚੇ, ਅਜੇ ਵੀ ਤੁਹਾਨੂੰ ਇਹ ਦੀਵਾ, ਇਹ ਬੱਤੀ, ਇਹ ਤੇਲ, ਇਹ ਲੈਂਪ,
ਇਹ ਅਜੇ ਵੀ ਟਾਵੇਂ ਟਾਵੇਂ ਟੱਲਿਆਂ ਘਰਾਂ ਦੇ ਵਿੱਚ ਸਾਨੂੰ ਨਜ਼ਰੀ ਪੈ ਜਾਏਗਾ। ਜਿੱਥੇ ਪਛੜੇ ਨੇ ਲੋਕ, ਗਰੀਬ ਨੇ, ਉਹਨਾਂ ਘਰਾਂ ਵਿੱਚ ਦੀਵਾ ਬੱਤੀ। ਤੋ ਦੀਵਾ ਬਾਲਣ ਵਾਸਤੇ ਸਾਨੂੰ ਕੁਛ ਕੁ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਜਿਹਦੇ ਵਿੱਚ ਤੇਲ ਦਾ ਹੋਣਾ ਅਤੀ ਲਾਜ਼ਮੀ ਹੈ। ਤੇਲ ਦੇ ਨਾਲ ਨਾਲ ਇੱਕ ਬੱਤੀ ਚਾਹੀਦੀ ਏ, ਜਿਹਦੇ ਵਿੱਚ ਦੀਵੇ ਦੇ ਉਹਨੂੰ ਧਰ ਕੇ ਤੇਲ ਵਿੱਚ ਡੋਬ ਕੇ ਤੇ ਫਿਰ ਉਹਨੂੰ ਅੱਗ ਦਿਖਾਈ ਜਾਏਗੀ ਤੇ ਫਿਰ ਉਹ ਦੀਵਾ ਲਟ ਲਟ ਕਰਕੇ ਬਲੇਗਾ। ਤੇ ਬਲਣ ਦੇ ਨਾਲ ਕੀ ਹੋਏਗਾ ਵੀ ਸਾਡੇ ਸਾਹਮਣੇ ਜਿਹੜਾ ਅੰਧੇਰਾ ਹੈ ਉਹ ਦੂਰ ਹੋ ਜਾਏਗਾ। ਇਹ ਤਾਂ ਬਾਤ ਹੈ ਸਾਡੇ ਰੋਜ਼ਮਰਾ ਦੁਨਿਆਵੀ ਜ਼ਿੰਦਗੀ ਦੀ ਵੀ। ਜੇ ਬੱਤੀ ਚਲੀ ਜਾਏ, ਅੰਧੇਰਾ ਹੋ ਜਾਏ, ਤੋ ਚਾਨਣ ਕਰਨ ਵਾਸਤੇ ਦੀਵੇ ਦਾ ਹੋਣਾ ਜ਼ਰੂਰੀ ਹੈ। ਪਰ ਇਸੇ ਤਰ੍ਹਾਂ ਅਧਿਆਤਮਕ ਪੱਖ ਵਿੱਚ ਵੀ ਅੰਧੇਰਾ ਹੈ। ਬੰਦਾ ਅੰਧੇਰੇ ਦਾ ਕੰਮ ਹੈ ਵੀ ਉਹ ਜੀਵ ਨੂੰ ਠੋਕਰਾਂ ਦਿੰਦਾ ਹੈ। ਆਪਣਾ ਹੀ ਘਰ ਹੋਵੇ, ਆਪਣੇ ਘਰ ਵਿੱਚ ਹੀ ਚੀਜ਼ ਰੱਖੀ ਹੋਏ, ਅਚਾਨਚੱਕ ਬੱਤੀ ਚਲੀ ਜਾਏ, ਲੱਭਣੀ ਹੋਵੇ ਨਾ, ਪਈ ਹੋਈ ਮਾਚਿਸ ਸੀ ਤੇ ਮਾਚਿਸ ਤੱਕ 2-4 ਕਦਮ ਅੰਧੇਰੇ ਵਿੱਚ ਤੈਅ ਕਰਕੇ ਜਾਣਾ ਹੋਵੇ। ਘਰ ਵੀ ਆਪਣਾ ਹੈ, ਆਪਣੇ ਹੱਥੀਂ ਮਾਚਿਸ ਰੱਖੀਏ, ਆਪ ਹੀ ਉਸ ਮਾਚਿਸ ਨੂੰ ਚੁੱਕਣ ਜਾ ਰਹੇ ਹਾਂ ਤੇ 1-2 ਵਾਰ ਬੰਦਾ ਬੜੇ ਟਕਾ ਟਕਾ ਕੇ ਪੈਰ ਰੱਖਦਾ ਵੀ ਕਿਤੇ ਕੋਈ ਠੋਕਰ ਨਾ ਲੱਗ ਜਾਏ, ਕਿਉਂਕਿ ਅੰਧੇਰੇ ਦਾ ਕੰਮ ਹੀ ਹੈ ਬੰਦੇ ਨੂੰ ਡੇਗਣਾ। ਇਸੇ ਤਰ੍ਹਾਂ ਬਾਣੀਕਾਰਾਂ ਨੇ ਸਾਨੂੰ ਦੱਸਿਆ ਵੀ ਬੰਦਿਆ, ਜਿਵੇਂ ਬਾਹਰ ਦੀ ਦੁਨੀਆ ਵਿੱਚ ਅੰਧੇਰਾ ਹੋ ਜਾਏ ਤੇ ਠੋਕਰਾਂ ਨੇ, ਇਸੇ ਤਰ੍ਹਾਂ ਇੱਕ ਸਾਡਾ ਅੰਦਰੂਨੀ ਜੀਵਨ ਹੈ ਜਿੱਧਰ ਬਹੁਤਾਤ ਦੁਨੀਆ ਦਾ ਧਿਆਨ ਨਹੀਂ, ਵੀ ਅੰਦਰ ਦੀ ਵੀ ਇੱਕ ਦੁਨੀਆ ਹੈ, ਉੱਥੇ ਵੀ ਚਾਨਣ ਅਤੀ ਜ਼ਰੂਰੀ ਹੈ। ਉਸ ਚਾਨਣ ਦੇ ਮੁਤਲਕ ਅੰਮ੍ਰਿਤ ਬਾਣੀ ਵਿੱਚੋਂ ਇੱਕ ਬਚਨ ਅਸੀਂ ਰੋਜ਼ਾਨਾ ਗੁਰੂ ਘਰ ਦੇ ਕੀਰਤਨੀਆਂ ਕੋਲੋਂ ਆਸਾ ਜੀ ਦੀ ਵਾਰ ਰੂਪ ਰਾਹੀਂ ਸ਼ਰਵਣ ਕਰਦੇ ਹਾਂ। ਉਸ ਅੰਧੇਰੇ ਦੀ ਜ਼ਿਕਰ ਸਤਿਗੁਰੂ ਬਾਣੀ ਵਿੱਚ ਕਰਦੇ ਨੇ ਵੀ ਜੇ 100 ਚੰਦਾ ਉਗਵੈ, ਚੰਦਰਮਾ ਹੁਣ ਇੱਕ ਹੈ ਤੇ ਸੱਚੀ ਮੁੱਚੀ ਕਿਤੇ ਤੁਸੀਂ ਰਾਤ ਉੱਠ ਕੇ ਦੇਖੋ ਤੇ ਇੱਕ ਚੰਦਰਮਾ, ਚਲੋ ਅਸੀਂ ਉਹਦੇ ਨਾਲ ਬਹੁਤਾ ਪੜ੍ਹ ਲਿਖ ਨਾ ਸਕੀਏ ਉਹਦੀ ਰੋਸ਼ਨੀ ਨਾਲ, ਪਰ ਇੰਨੀ ਕੁ ਰੋਸ਼ਨੀ ਉਹ ਚੰਦਰਮਾ ਕੱਲਾ ਹੋਣ ਦੇ ਬਾਵਜੂਦ ਵੀ ਦੁਨੀਆ ਨੂੰ ਦੇ ਦਿੰਦਾ ਹੈ ਵੀ ਬੰਦਾ ਕਮ ਸੋ ਕਮ ਠੇਡਾ ਲੱਗਣ ਤੋਂ ਜਾਂ ਪੈਦਲ ਚੱਲਣ ਤੇ ਓਨੀ ਕੁ ਰੋਸ਼ਨੀ ਨਾਲ ਬੰਦੇ ਦਾ ਗੁਜ਼ਾਰਾ ਹੋ ਜਾਂਦਾ ਹੈ। ਬਾਣੀਕਾਰ ਕਹਿੰਦੇ ਵੀ ਇੱਕ ਚੰਦਰਮਾ ਦੀ ਥਾਂ ਤੇ 100 ਚੰਦਰਮਾ ਚੜ੍ਹ ਜਾਣ, 1 ਗੁਣਾ 100, ਜ਼ਿਆਦਾ ਚਾਨਣ ਹੋ ਜਾਏਗਾ। ਔਰ ਨਾਲ ਉਹ ਕਹਿੰਦੇ ਨੇ ਸੂਰਜ ਚੜ੍ਹੇ 1000। ਹੁਣ ਇੱਕ ਸੂਰਜ ਹੈ ਤੇ ਸਾਨੂੰ ਜ਼ਮੀਨ ਤੇ ਸਵੇਰੇ ਸੂਰਜ ਦੀ ਰੋਸ਼ਨੀ ਵਿੱਚ ਬਰੀਕ ਤੋਂ ਬਰੀਕ ਕੋਈ ਕਿਰਮ ਵੀ ਧਰਤੀ ਤੇ ਤੁਰਿਆ ਜਾਂਦਾ ਹੋਵੇ ਉਹ ਵੀ ਨਜ਼ਰ ਪੈਂਦਾ ਹੈ। ਇੱਕ ਸੂਰਜ ਹੈ, 1000 ਸੂਰਜ ਚੜ੍ਹ ਜਾਣ, 1000 ਗੁਣਾ ਇਹਦੇ ਨਾਲੋਂ ਵੱਧ ਪ੍ਰਕਾਸ਼ ਹੋ ਜਾਏ। ਇੰਨਾ ਕੁਝ ਹੋਣ ਨਾਲ ਨਾ ਲੋਕਾਂ ਨੇ ਪਿੱਪਲਾਂ ਨੂੰ ਮੱਥੇ ਟੇਕਣੇ, ਜੰਡਾਂ ਨੂੰ ਮੱਥੇ ਟੇਕਣੇ, ਜੰਡਾਂ ਨੂੰ ਤੇਲ ਚਾੜਨਾ, ਮੌਲੀਆਂ ਬੰਨਣੀਆਂ, 1000 ਸੂਰਜਾਂ ਦੇ ਚੜ੍ਹਨ ਦੇ ਬਾਵਜੂਦ ਵੀ ਨਹੀਂ ਛੱਡਣਾ, ਉਹਨਾਂ ਟੇਕਣੇ ਹੀ ਟੇਕਣੇ ਨੇ। ਕਿਉਂ? ਅੰਦਰ ਵਹਿਮ ਭਰਮ ਪਖੰਡ ਵਿੱਚ ਵਹਿ ਤੁਰਿਆ, ਅੰਦਰ ਅੰਧੇਰਾ ਹੈ, ਬਾਹਰ ਬੜਾ ਚਾਨਣ ਹੈ। ਤੋ ਇਸ ਅੰਦਰ ਦਾ ਅੰਧੇਰਾ ਜਿਹੜਾ ਹੈ, ਬਾਣੀਕਾਰ ਕਹਿੰਦੇ ਵੀ ਇਹਨੂੰ ਦੂਰ ਕਰਨ ਵਾਸਤੇ ਇੱਕੋ ਇੱਕ ਤਰੀਕਾ ਹੈ, ਉਹ ਹੈ ਗੁਰੂ ਦਾ ਗਿਆਨ ਤੇ ਪ੍ਰਮਾਤਮਾ ਦਾ ਚੇਤਾ, ਪ੍ਰਮਾਤਮਾ ਦਾ ਸਿਮਰਨ। ਜਿਹਦੇ ਅੰਦਰ ਇਹ ਆ ਗਿਆ ਉਹਦੇ ਅੰਦਰੋਂ ਅੰਧੇਰਾ ਚਲੇ ਜਾਏਗਾ। ਜਿਹਦੇ ਕੋਲ ਨਾ ਗੁਰੂ ਦੀ ਬਾਣੀ ਦਾ ਗਿਆਨ ਹੈ, ਬਾਣੀ ਕੀ ਕਹਿੰਦੀ ਹੈ, ਔਰ ਜਿਹਨੂੰ ਬਾਣੀ ਦੇ ਰਾਹੀਂ ਨਾ ਪ੍ਰਮਾਤਮਾ ਵਾਲੇ ਪਾਸੇ ਧਿਆਨ ਬਣਿਆ, ਉਹਦੇ ਅੰਦਰ ਘੋਪ ਅੰਧੇਰਾ ਹੈ। ਤੁਸੀਂ ਵੇਖੋ ਨਾ, ਅਕਸਰ ਪਰਿਵਾਰਾਂ ਵਿੱਚ ਵਿਚਰਦਿਆਂ ਪਰਿਵਾਰ ਦੇ 6 ਮੈਂਬਰ ਆ, ਇੱਕ ਮੈਂਬਰ ਗੁਰੂ ਘਰ ਜਾਂਦਾ ਹੈ, ਬਾਣੀ ਨਾਲ ਜੁੜਿਆ ਹੈ, ਕਥਾ ਕੀਰਤਨ ਸੁਣਦਾ ਹੈ,
ਬਾਕੀ 5 ਮੈਂਬਰ ਨਹੀਂ ਆਉਂਦੇ। ਹੁਣ ਇੱਕ ਪਾਸੇ ਉਹ ਇਕੱਲਾ ਹੈ, ਬਾਕੀ ਪਰਿਵਾਰ ਦੇ 5 ਜੀ, 5 ਜੀ ਕਹਿੰਦੇ ਨੇ ਵੀ ਆਹ ਕਰਮ ਕਰਨਾ ਹੈ, ਉਹ ਇਕੱਲਾ ਅੜ ਖੜਾਉਂਦਾ ਵੀ ਨਹੀਂ ਕਰਨਾ, ਇਹਦਾ ਫਾਇਦਾ ਨਹੀਂ। ਉਹ 5 ਕਹਿੰਦੇ ਵੀ ਤੂੰ ਬਹੁਤਾ ਸਿਆਣਾ ਹੈ, ਉਹ ਕਹਿੰਦੇ ਵੀ ਸਿਆਣਾ ਨਹੀਂ, ਪਰ ਗੁਰਬਾਣੀ ਕਹਿੰਦੀ ਵੀ ਇਹਨਾਂ ਕਰਮਾਂ ਦਾ ਕੋਈ ਲਾਭ ਨਹੀਂ, ਇਹ ਪਖੰਡ ਨੇ। ਜਿਹਨੂੰ ਸਮਝ ਪੈ ਗਈ, ਜਿਹਦੇ ਅੰਦਰ ਗੁਰੂ ਦੇ ਗਿਆਨ ਦਾ ਸੂਰਜ ਚੜ੍ਹ ਗਿਆ, ਉਹ ਬਚ ਗਿਆ। ਬਾਕੀ ਦੇ 5 ਪਰਿਵਾਰਕ ਮੈਂਬਰ ਜਿਹੜੇ ਨੇ ਉਹ ਅੰਧੇਰੇ ਵਿੱਚ ਟੱਕਰਾਂ ਖਾ ਰਹੇ ਨੇ। ਤੋ ਇਸੇ ਪ੍ਰਕਾਰ ਬਾਣੀਕਾਰ ਕਹਿੰਦੇ ਨੇ ਵੀ ਪ੍ਰਮਾਤਮਾ ਦੇ ਨਾਮ ਨੂੰ ਦੀਵਾ ਬਣਾ, ਤੇ ਫਿਰ ਜਦੋਂ ਤੂੰ ਉਹਦੇ ਨਾਮ ਨਾਲ ਜੁੜੇਗਾ ਨਾ, ਤਮਾਮ ਵਹਿਮਾਂ ਭਰਮਾਂ ਦੀ ਪਖੰਡਾਂ ਦਾ ਜਿਹੜਾ ਅੰਧੇਰਾ ਹੈ ਇਹ ਕੱਟਿਆ ਜਾਏਗਾ। ਤੋ ਰਹਾਉ ਵਾਲੀ ਪਾਵਨ ਪਵਿੱਤਰ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਬਿਨ ਤੇਲ ਦੀਵਾ ਕਿਉਂ ਜਲੈ। ਤੇਲ ਹੈ ਹੀ ਨਹੀਂ ਤੇ ਦੀਵਾ ਕਿਵੇਂ ਬਲੇਗਾ? ਦੀਵਾ ਨਹੀਂ ਬਲਿਆ ਤੇ ਸਾਡੇ ਸਾਹਮਣੇ ਪ੍ਰਕਾਸ਼ ਰੋਸ਼ਨੀ ਕਿਵੇਂ ਹੋਏਗੀ? ਪ੍ਰਮਾਤਮਾ ਦਾ ਨਾਮ ਜਪਿਆ ਹੀ ਨਹੀਂ ਤੇ ਜਪੇ ਤੋਂ ਬਿਨਾਂ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਸਾਡਾ ਜਾਨ ਖੁਲਾਸੀ ਜਿੰਦ ਦਾ ਛੁਟਕਾਰਾ ਕਿਵੇਂ ਹੋਵੇ? ਹੋ ਹੀ ਨਹੀਂ ਸਕਦਾ। ਜੇ ਚਾਹੁੰਦੇ ਆ ਵੀ ਵਹਿਮਾਂ ਭਰਮਾਂ ਵਿੱਚੋਂ ਪਖੰਡਾਂ ਵਿੱਚੋਂ ਨਿਕਲ ਜਾਈਏ ਤੇ ਬਾਣੀਕਾਰ ਕਹਿੰਦੇ ਨੇ ਫਿਰ ਤੈਨੂੰ ਹਿੰਮਤ ਕਰਨੀ ਪੈਗੀ। ਮਹਾਰਾਜ ਕੀ ਉਹ ਕਹਿੰਦੇ ਫਿਰ ਤੈਨੂੰ ਗੁਰੂ ਸ਼ਬਦ ਨਾਲ ਜੁੜਨਾ ਪਏਗਾ। ਗੁਰੂ ਸ਼ਬਦ ਦੇ ਰਾਹੀਂ ਤੈਨੂੰ ਪ੍ਰਮਾਤਮਾ ਦੇ ਨਾਮ ਰੂਪੀ ਦੀਵਾ ਮਿਲ ਜਾਏਗਾ। ਜਿਉਂ-ਜਿਉਂ ਅਕਾਲ ਪੁਰਖ ਦੇ ਨਾਮ ਨਾਲ ਜੁੜੇਗਾ, ਤਿਉਂ-ਤਿਉਂ ਤੇਰੇ ਅੰਦਰ ਚਾਨਣ ਹੋ ਜਾਏਗਾ। ਤੋ ਸ਼ਬਦ ਦੀ ਪ੍ਰਰੰਭਤਾ ਇਹਨਾਂ ਬੋਲਾਂ ਨਾਲ ਹਜ਼ੂਰ ਸੱਚੇ ਪਾਤਸ਼ਾਹ ਕਰਦੇ ਹਨ ਜੀ। ਅਛਲ ਛਲਾਈ ਨਹ ਛਲੈ, ਨਹ ਘਾਉ ਕਟਾਰਾ ਕਰ ਸਕੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਅਛਲ ਛਲਾਈ ਨਾ ਛਲੈ। ਅਛਲ ਸ਼ਬਦ ਮਾਇਆ ਵਾਸਤੇ ਆਇਆ ਹੈ। ਮਾਇਆ ਕੱਲ ਵੀ ਸਨਮਾਨਯੋਗ ਗਿਆਨੀ ਜੀ ਦੱਸ ਕੇ ਗਏ ਵੀ ਸਿਰਫ ਕਰੰਸੀ ਦਾ ਨਾਮ, ਇਹਨਾਂ ਰੁਪਇਆਂ ਦਾ ਨਾਮ ਹੀ ਮਾਇਆ ਨਹੀਂ। ਬੜੀ ਸੋਹਣੀ ਉਹਨਾਂ ਵਿਆਖਿਆ ਤੁਹਾਡੇ ਸਾਡੇ ਸਮਕਸ਼ ਕੀਤੀ ਸੀ ਵੀ ਜਿਹੜੀ ਵੀ ਚੀਜ਼ ਸਾਨੂੰ ਪ੍ਰਮਾਤਮਾ ਤੋਂ ਤੋੜ ਕੇ ਆਪਣੇ ਨਾਲ ਜੋੜ ਗਈ ਉਹ ਮਾਇਆ ਹੈ। ਤੇ ਅਸੀਂ ਤੁਸੀਂ ਕਹੀਏ ਵੀ ਕਿਰਪਾਨ ਲੈ ਕੇ ਜਾਂ ਕੋਈ ਤਿੱਖਾ ਸ਼ਸਤਰ ਨਸ਼ਤਰ ਲੈ ਕੇ ਹੁਣ ਆਵੇ ਮੇਰੇ ਸਾਹਮਣੇ ਮਾਇਆ, ਮੈਂ ਉਹਨੂੰ ਵਿੰਨ ਦਿਆਂਗਾ, ਜ਼ਖਮੀ ਕਰ ਦਿਆਂਗਾ, ਮਾਰ ਦਿਆਂਗਾ, ਤੇ ਐਸਾ ਹੋ ਸਕਦਾ ਹੈ? ਨਾ। ਇਸ ਮਾਇਆ ਨੂੰ ਜਿਹੜੀ ਛਲ ਲੈਣ ਵਾਲੀ ਹੈ, ਔਰ ਇਹਦਾ ਜਾਦੂ ਐਡਾ ਜ਼ਬਰਦਸਤ ਹੈ ਵੀ ਬਾਣੀਕਾਰ ਕਹਿੰਦੇ ਨੇ ਵੀ ਮਾਇਆ ਐਸੀ ਮੋਹ ਨਹੀਂ ਭਾਈ, ਏਡੀ ਮਨ ਨੂੰ ਮੋਹ ਲੈਣ ਵਾਲੀ ਏ ਬਈ ਇਹਨੇ ਤਮਾਮ ਜਹਾਨ ਦੇ ਜੀਵਾਂ ਨੂੰ ਮੋਹ ਲਿਆ। ਜੇਤੇ ਜੀ ਤੇਤੇ ਡਹਕਾਈ। ਜਿੰਨੇ ਜਗਤ ਦੇ ਜੀਵ ਨੇ ਇਹ ਮੋਹ ਲੈਣ ਵਾਲੀ ਮਾਇਆ, ਛਲ ਲੈਣ ਵਾਲੀ ਮਾਇਆ ਸਾਰਿਆਂ ਨੂੰ ਡਕਾਰ ਗਈ, ਸਾਰਿਆਂ ਨੂੰ ਨਿਗਲ ਗਈ। ਬਖਸ਼ਿਸ਼ ਕੀਤੇ ਨੇ ਬਚਨ ਸਤਿਗੁਰਾਂ ਨੇ ਅੱਜ ਵੀ ਅਸੀਂ ਤੁਸੀਂ ਹਿੰਮਤ ਕਰੀਏ ਵੀ ਇਹ ਮਾਇਆ ਸਾਨੂੰ ਛਲ ਲੈਂਦੀ ਏ। ਆਓ ਆਪਾਂ ਇਕੱਠੇ ਹੋ ਕੇ ਡਾਂਗਾਂ ਸੋਟੇ ਲੈ ਕੇ ਇਹ ਛਲ ਲੈਣ ਵਾਲੀ ਮਾਇਆ ਦਾ ਸਿਰ ਪਾੜ ਦਈਏ। ਪਾੜ ਸਕਦੇ ਆ? ਨਹੀਂ ਪਾੜਿਆ ਜਾਣਾ। ਗੁਰੂ ਬਾਬਾ ਜੀ ਕਹਿੰਦੇ ਨੇ ਛਲ ਲੈਣ ਵਾਲੀ ਜਿਹੜੀ ਮਾਇਆ ਹੈ, ਨਾ ਤਾਂ ਅਸੀਂ ਉਹਨੂੰ ਛਲ ਸਕਦੇ ਹਾਂ, ਪਰ ਉਹ ਸਾਨੂੰ ਛਲ ਜਾਂਦੀ ਹੈ। ਇਹੀ ਕਾਰਨ ਬਾਣੀਕਾਰਾਂ ਨੇ ਨਾ, ਜਦੋਂ ਜਿਨ੍ਹਾਂ ਦਾ ਪਰਸਪਰ ਰੱਬ ਨਾਲ ਨੇੜਤਾ ਹੋਈ, ਉਹਨਾਂ ਬੜੇ ਭਾਵਪੂਰਤ ਬਾਣੀ ਵਿੱਚ ਬਚਨ ਕਹੇ ਨੇ। ਉਹ ਕਹਿੰਦੇ ਰੱਬ ਜੀ ਹੈਰਾਨ ਹੋ ਜਾਈਦਾ ਹੈ ਬਈ ਤੁਸੀਂ ਇਹ ਮਾਇਆ ਏਡੀ ਮੋਹ ਲੈਣ ਵਾਲੀ ਪੈਦਾ ਕਰ ਦਿੱਤੀ ਵੀ ਇੱਕ ਪਾਸੇ ਜੀਵ, ਦੂਜੇ ਪਾਸੇ ਮਾਇਆ। ਤੇ ਦਾਤਿਆ ਸਾਨੂੰ ਇਹ ਕਹਿਣਾ ਪੈਂਦਾ ਹੈ ਵੀ ਤੁਸੀਂ ਬੜੇ ਵੱਡੇ ਰੱਬ ਜੀ ਠੱਗੋ ਠੱਗ। ਹੁਣ ਕੋਈ ਬੰਦਾ ਸਾਡੇ ਤੁਹਾਡੇ ਵਿੱਚੋਂ ਰੱਬ ਨੂੰ ਠੱਗ ਕਵੇ
ਤੇ ਮੇਰਾ ਖਿਆਲ ਹੈ ਵੀ ਅਸੀਂ ਉਸ ਬੰਦੇ ਨੂੰ ਸਭ ਤੋਂ ਵੱਡਾ ਠੱਪਾ ਲਾਵਾਂਗੇ ਵੀ ਇਹ ਨਾਸਤਕ ਹੈ, ਰੱਬ ਨੂੰ ਠੱਗ ਕਹਿ ਰਿਹਾ। ਭਗਤ ਕਬੀਰ ਸਾਹਿਬ ਨੇ ਕਿਹਾ ਹੈ, ਪਰ ਮੈਂ ਇਹ ਵੀ ਮਾਫੀ ਮੰਗ ਬੇਨਤੀ ਕਰਾਂ ਵੀ ਜਿਹੜੀ ਅਵਸਥਾ ਤੇ ਭਗਤ ਕਬੀਰ ਸਾਹਿਬ ਮਾਲਕ ਨਾਲ ਓਤ-ਪੋਤ ਹੋਏ ਨੇ ਉਹ ਸਾਡੀ ਤੁਹਾਡੀ ਨਹੀਂ ਹੈ। ਉਹਨਾਂ ਦਾ ਪਰਸਪਰ ਰੱਬ ਨਾਲ ਨੇੜਤਾ ਹੈ ਤੇ ਸਹਿਜ ਭਾਵ ਵਿੱਚ ਉਹ ਕਹਿੰਦੇ ਨੇ, ਹਰ ਠੱਗ ਜਗ ਕੋ ਠਗੌਰੀ ਲਾਈ। ਵਾਹਿਗੁਰੂ ਸਭ ਤੋਂ ਵੱਡਾ ਠੱਗ ਤੂੰ ਹੈ, ਕਿਉਂਕਿ ਤੁਸੀਂ ਆ ਠੱਗ ਲੈਣ ਵਾਲੀ ਮਾਇਆ ਜੱਗ ਨੂੰ ਲਾ ਦਿੱਤੀ ਏ। ਹੁਣ ਇਹ ਮਾਇਆ ਸਾਰਿਆਂ ਨੂੰ ਛਲ ਲਈ। ਤੇ ਮੈਂ ਇਹ ਵੀ ਬੇਨਤੀ ਕਰਾਂ ਬਈ ਜਿਹੜਾ ਠੱਗ ਹੁੰਦਾ ਹੈ ਨਾ, ਇਹ ਸਭ ਤੋਂ ਖਤਰਨਾਕ ਹੁੰਦਾ ਹੈ। ਵੈਸੇ ਸਮਾਜ ਵਿੱਚ ਵਿਚਰਦਿਆਂ 2-3 ਤਰੀਕੇ ਨੇ ਜਿਹੜੇ ਅਕਸਰ ਆਮ ਸਮਾਜ ਵਿੱਚ ਵਿਚਰਦਿਆਂ ਲੁੱਟਾਂ ਖੋਹਾਂ ਕਰਨ ਵਾਲੇ ਕਰਦੇ ਨੇ। ਉਹਦੇ ਵਿੱਚ ਸਭ ਤੋਂ ਪਹਿਲਾਂ ਡਾਕੂ ਦਾ ਨਾਮ ਆਉਂਦਾ ਹੈ। ਮੈਂ ਕਹਿੰਦਾ ਵੀ ਠੱਗ ਨਾਲੋਂ ਡਾਕੂ ਚੰਗਾ ਹੈ। ਸਮਝਿਓ ਜਿਹੜੀ ਮੈਂ ਬੇਨਤੀ ਕਰਨ ਲੱਗਾ। ਡਾਕੂ ਕਿਉਂ ਚੰਗਾ ਹੈ? ਕਿਉਂਕਿ ਉਹਨਾਂ ਨੇ, ਡਾਕੂ ਨੇ ਜਿਸ ਘਰ ਵਿੱਚ ਡਾਕਾ ਮਾਰਨ ਆਉਣਾ ਹੈ, ਉਹ ਡਾਕਾ ਮਾਰਨ ਤੋਂ ਪਹਿਲਾਂ ਪਰਿਵਾਰ ਵਾਲਿਆਂ ਨੂੰ ਕਹਿੰਦਾ ਵੀ ਮੈਂ ਫਲਾਣੇ ਦਿਨ ਆਵਾਂਗਾ, ਤੁਹਾਡੇ ਕੋਲ ਤਾਕਤ ਹੋਈ ਤੇ ਤੁਸੀਂ ਮੈਨੂੰ ਥੰਮ ਲਿਓ, ਰੋਕ ਲਿਓ, ਮੇਰੇ ਕੋਲ ਤਾਕਤ ਹੋਈ ਤੇ ਮੈਂ ਤੁਹਾਨੂੰ ਲੁੱਟ ਕੇ ਲਿਜਾਵਾਂਗਾ। ਡਾਕੂ ਇਸ ਗੱਲੋਂ ਚੰਗਾ ਵੀ ਉਹ ਆਉਣ ਤੋਂ ਪਹਿਲਾਂ ਕਮ ਸੋ ਕਮ ਸਾਨੂੰ ਸੁਚੇਤ ਕਰਦਾ ਵੀ ਮੈਂ ਆਵਾਂਗਾ, ਤੁਸੀਂ ਤਕੜੇ ਹੋਇਓ ਤੇ ਆਪਣਾ ਬਚਾਅ ਕਰ ਲਿਓ, ਮੈਂ ਤਕੜਾ ਹੋਇਆ ਤੇ ਲੁੱਟ। ਕਮ ਸੋ ਕਮ ਛਲ ਲੈਣ ਵਾਲੇ ਠੱਗ ਨਾਲੋਂ ਡਾਕੂ ਚੰਗਾ ਹੈ। ਦੂਜਾ ਨੰਬਰ ਆਉਂਦਾ ਚੋਰ ਦਾ। ਇੱਕ ਗੱਲੋਂ ਠੱਗ ਨਾਲੋਂ ਚੋਰ ਵੀ ਚੰਗਾ ਹੈ। ਸੌਖੀ ਨਹੀਂ ਹੈ ਚੋਰੀ ਕਰਨੀ। ਪਹਿਲਾਂ ਵੇਖਣਾ ਬਈ ਘਰ ਦੇ ਪਰਿਵਾਰਕ ਜੀ ਸੁੱਤੇ ਨੇ, ਫਿਰ ਪਿੱਛੋਂ ਕੰਧ ਨੂੰ ਸੰਨ ਲਾ ਕੇ ਤੇ ਸਾਰੀ ਜਿਹੜੀ ਜਿੰਦ ਜਾਨ ਖਤਰੇ ਵਿੱਚ ਪਾ ਕੇ ਦੱਬੇ ਪੈਰੀ ਜੰਦਰਾ ਭੰਨ ਕੇ ਕੀਮਤੀ ਸਮਾਨ ਬੰਨ ਕੇ ਔਰ ਹੱਥ ਦੀ ਹਥੇਲੀ ਤੇ ਖਤਰਾ ਮੁੱਲ ਲੈ ਕੇ ਤੇ ਸਾਰਾ ਕੁਝ ਕਰਕੇ ਤੇ ਫਿਰ ਜਾਣਾ ਜਿੰਦ ਬਚਾ ਕੇ। ਕੋਈ ਸੌਖਾ ਕੰਮ ਨਹੀਂ। ਠੱਗ ਨਾਲੋਂ ਚੋਰ ਵੀ ਚੰਗਾ ਹੈ, ਠੱਗ ਨਾਲੋਂ ਡਾਕੂ ਵੀ ਚੰਗਾ ਹੈ। ਵੀ ਕਮ ਸੋ ਕਮ ਉਹ ਆਪਣੀ ਜਿੰਦ ਤਾਂ ਖਤਰੇ 'ਚ ਪਾ ਕੇ ਆਇਆ, ਪਰ ਠੱਗ ਕੀ ਕਰਦਾ ਹੈ? ਨਾ ਤਾਂ ਉਹ ਘਰ ਭੰਨਦਾ ਤੇ ਨਾ ਉਹ ਸਾਨੂੰ ਵਾਰਨਿੰਗ ਦਿੰਦਾ ਵੀ ਮੈਂ ਆਵਾਂਗਾ। ਠੱਗ ਗੱਲਾਂ ਹੀ ਇੱਦਾਂ ਦੀਆਂ ਸੁਣਾਉਂਦਾ ਹੈ ਵੀ ਅਸੀਂ ਖੁਦ ਘਰ ਵਿੱਚੋਂ ਕੱਢ ਕੇ ਲਿਜਾ ਕੇ ਤੇ ਉਹਦੇ ਸਾਹਮਣੇ ਧਰ ਦਿੰਦੇ ਹਾਂ ਵੀ ਆਹ ਲੈ ਲਾ। ਉਹ ਕਹਿੰਦਾ ਵੀ ਰੁਪਈਏ ਦੁੱਗਣੇ ਕਰ ਦਿਆਂਗਾ ਮੈਂ, ਤੇ ਉਹ ਸਾਡੇ ਨਾਲ ਥੋੜ੍ਹਾ ਜਾਂਦਾ ਵੀ ਚੱਲ ਤੇਰੇ ਘਰੋਂ ਲੈ ਕੇ ਆਵਾਂਗਾ। ਏਡਾ ਪੱਕਾ ਹੁੰਦਾ ਹੈ। ਉਹ ਕਹਿੰਦਾ ਵੀ ਜੇ ਤੂੰ ਦੁੱਗਣੇ ਕਰਾਉਣੇ ਨੇ ਤੇ ਖੁਦ ਇੱਥੇ ਲੈ ਕੇ ਆ ਮੇਰੇ ਅੱਡੇ ਤੇ, ਮੈਂ ਨਹੀਂ ਜਾਣਾ। ਔਰ ਲੋਕ ਲਿਜਾ ਕੇ ਦਿੰਦੇ ਨੇ। ਉਹ 4 ਦਿਨਾਂ ਬਾਅਦ ਪਤਾ ਚੱਲਦਾ ਵੀ ਉਹਨੇ ਦੁੱਗਣੇ ਕੀ ਕਰਨੇ, ਉਹ ਜਿਹੜੇ ਦਿੱਤੇ ਨੇ ਉਹ ਵੀ ਲੈ ਕੇ ਭੱਜ ਗਿਆ। ਛਲ ਲਿਆ, ਛਲ ਲੈਣ ਵਾਲਾ। ਭਈ ਵਿਖਾ ਕੁਝ ਰਿਹਾ ਹੈ ਪਰ ਕਰ ਕੁਝ ਰਿਹਾ ਹੈ। ਉਹਨੂੰ ਠੱਗ ਕਹਿ ਲਓ, ਉਹਨੂੰ ਛਲ ਕਰਨ ਵਾਲਾ ਕਹਿ ਲਓ, ਵੀ ਜਿਹੜਾ ਮੂੰਹ ਤੋਂ ਕੁਝ ਕਹਿੰਦਾ ਪਰ ਜਿਹਨ ਵਿੱਚ ਕੁਝ ਹੋਰ ਚੱਲ ਰਿਹਾ ਹੈ। ਮਾਇਆ ਜਿਹੜੀ ਏ ਉਹ ਜੀਵਾਂ ਨੂੰ ਛਲਦੀ ਹੈ, ਦਿਸਦੀ ਹੋਰ ਹੈ, ਪਰ ਉਹ ਜਦੋਂ ਆਪਣਾ ਪ੍ਰਭਾਵ ਪਾਉਂਦੀ ਏ ਤੇ ਉਹ ਆਪਣਾ ਰੂਪ ਰੰਗ ਕੁਝ ਹੋਰ ਦਿਖਾਉਂਦੀ ਹੈ। ਬੜੀ ਚੰਗੀ ਲੱਗਦੀ। ਔਰ ਇੱਥੋਂ ਤੱਕ ਵੀ ਰੱਬ ਦੇ ਸਿਮਰਨ ਨਾਲੋਂ ਰੱਬ ਨਾਲੋਂ ਵੀ ਚੰਗੀ ਲੱਗਦੀ ਹੈ। ਤੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਏਡੀ ਬਲਵਾਨ ਹੈ ਬਈ ਇਹ ਜੀਵਾਂ ਨੂੰ ਛਲ ਲੈਂਦੀ ਹੈ, ਛਲ। ਤੇ ਭਗਤ ਕਬੀਰ ਸਾਹਿਬ ਕਹਿੰਦੇ ਵਾਹਿਗੁਰੂ ਸਭ ਤੋਂ ਵੱਡੇ ਤੁਸੀਂ ਠੱਗੋ ਤਾਂ ਜੋ ਆ ਠੱਗ ਬੂਟੀ ਮਾਇਆ ਤੁਸੀਂ ਪੈਦਾ ਕੀਤੀ ਹੈ, ਮਾੜੀ ਨਹੀਂ ਹੈ। ਪ੍ਰਮਾਤਮਾ ਨੇ ਜੀਵ ਪੈਦਾ ਕੀਤਾ ਹੈ ਤੇ ਪ੍ਰਮਾਤਮਾ ਨੇ ਜੀਵ ਦੇ ਵਿਰੋਧ ਵਿੱਚ ਮਾਇਆ ਪੈਦਾ ਕੀਤੀ ਹੈ। ਸਮਝਣ ਵਾਸਤੇ ਮੈਂ ਬੇਨਤੀ ਕਰਾਂ, ਆ ਦੁਨੀ ਸੁਹਾਵੇ ਜਿਸ ਬਾਗ ਵਿੱਚ ਅਸੀਂ ਤੁਸੀਂ ਵਿਚਰਦੇ ਆ, ਇਹਨੂੰ ਸੁਹਾਵਣਾ ਬਣਾਉਣ ਵਾਸਤੇ ਇਹ ਵਾਹਿਗੁਰੂ ਨੇ ਰਚਨਾ ਰਚੀ ਹੈ। ਤੁਸੀਂ ਵੇਖੋ ਕਿਤੇ ਕਿਤੇ ਛਿੰਝ ਪਈ ਹੋਵੇ ਨਾ,
ਕਿਤੇ ਕੋਈ ਪਿੰਡ ਨਗਰ ਵਿੱਚ ਮੇਲਾ ਭਰਿਆ ਹੋਵੇ ਤੇ ਸ਼ਾਮ ਨੂੰ ਉੱਥੇ ਘੋਲ ਹੁੰਦੇ ਨੇ, ਕੁਸ਼ਤੀਆਂ ਹੁੰਦੀਆਂ ਨੇ। ਹੁਣ ਉੱਥੇ ਇੱਕ ਪਹਿਲਵਾਨ ਕੱਪੜੇ ਉਤਾਰ ਕੇ ਡੰਡ ਪੇਲਦਾ ਫਿਰੇ ਤੇ ਉਹਦੇ ਮੁਕਾਬਲੇ ਤੇ ਕੋਈ ਦੂਜਾ ਨਾ ਹੋਵੇ, ਕੱਲਾ ਹੀ ਉਹ ਕੱਪੜੇ ਉਤਾਰ ਕੇ ਡੰਡ ਮਾਰਦਾ ਫਿਰੇ। ਘੰਟਾ 2 ਘੰਟੇ ਲੰਘ ਜਾਣ ਤੇ ਜਿੰਨੀ ਭੀੜ ਆਲੇ ਦਾਲੇ ਸਾਰੇ ਕਹਿਣਗੇ ਵੀ ਚਲੋ ਘਰ ਨੂੰ ਚੱਲੀਏ। ਕਿਉਂ? ਉਹ ਕਹਿਣਗੇ ਵੀ ਇਹ ਕੱਲਾ ਹੀ ਹੈ, ਇਹਦੇ ਮੁਕਾਬਲੇ ਤੇ ਤਾਂ ਕੋਈ ਉਤਰਿਆ ਹੀ ਨਹੀਂ। ਜਿੰਨੀ ਦੇਰ ਮੁਕਾਬਲੇ ਤੇ ਉਤਰੇਗਾ ਨਹੀਂ, ਓਨੀ ਦੇਰ ਮੁਕਾਬਲਾ ਰੌਚਕ ਨਹੀਂ ਬਣਨਾ। ਹੁਣ ਪ੍ਰਮਾਤਮਾ ਕੱਲਾ ਜੀਵ ਪੈਦਾ ਕਰ ਦਿੰਦਾ, ਮਾਇਆ ਪੈਦਾ ਹੀ ਨਾ ਕਰਦਾ ਤੇ ਆ ਦੁਨੀ ਸੁਹਾਵਾ ਬਾਗ ਚੰਗਾ ਲੱਗਣਾ ਸੀ? ਕੁਛ ਵੀ ਨਹੀਂ ਸੀ ਚੰਗਾ ਲੱਗਣਾ। ਔਰ ਬੰਦੇ ਦਾ ਇਸ ਦੁਨੀਆ 'ਚ ਰਹਿਣ ਨੂੰ ਦਿਲ ਹੀ ਨਹੀਂ ਸੀ ਕਰਨਾ। ਇਹ ਤਾਂ ਵਾਹਿਗੁਰੂ ਬੇਅੰਤ ਹੈ ਵੀ ਆ ਦਿਲ ਲਾਉਣ ਵਾਸਤੇ ਪ੍ਰਮਾਤਮਾ ਨੇ ਜੀਵ ਦੇ ਵਿਰੋਧ ਵਿੱਚ ਮਾਇਆ ਖੜੀ ਕਰ ਦਿੱਤੀ ਤੇ ਮੁਕਾਬਲਾ ਹੋ ਰਿਹਾ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ